उत्पत्ति पुस्तक 15 अध्याय 7 वचन तो लेके 12 वचन पढ़ा। और ऐसा हुआ कि जब सूर्य अस्त हो गया और घोर अंधकार छा गया, तब एक अंगीठी जिसमें से धुआं उठता था और एक जलती हुई मशाल दिखाई दी, जो उन टुकड़ों के बीच में से होकर निकल गई। इसी दिन यहोवा ने अब्राहम के साथ जय बाजा बांधी। मिस्र के महानद से लेकर प्रात नामक बड़े नद तक जितना देश है, अर्थात केनियों, कनिजियों, कदमोनियों, हित्तियों, परिज्जियों, रपाइयों, एमोरियों, कनानियों, गिरगाशियों और जबूसियों का देश मैं तेरे वश को दे दिया। 15 अध्याय 7 12 वचन तक 17 पढ़े। तब उसने उससे कहा, मैं वही यहोवा हूँ जो तुझे कसदियों के ऊन नगर से बाहर ले आया कि तुझको इस देश का अधिकार दूं। उसने कहा, हे प्रभु यहोवा, मैं कैसे जानूं कि मैं इसका अधिकारी हूँगा? यहोवा ने उससे कहा, मेरे लिए 3 वर्ष की एक लोर और 3 वर्ष की एक बकरी और 3 वर्ष का एक मेढ़ा और एक पिंडुक और कबूतर का एक बच्चा ले। इन सबों को लेकर उसने बीच से 2 टुकड़े कर दिया और टुकड़ों के आमने सामने रखा, पर चिड़ियों के उसने टुकड़े नहीं किए। जब मांसाहारी पक्षी लोथों पर झपटे, तब अब्राहम ने उन्हें उड़ा दिया। जब सूर्य अस्त होने लगा, तब अब्राहम को भारी नींद आई, और देखो, अत्यंत भय और महाअंधकार ने उसे छा लिया। ਅਤੇ ਉਸਨੇ ਉਹਨੂੰ ਆਖਿਆ, ਮੈਂ ਯਹੋਵਾ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਤੋਂ ਕੱਢ ਲਿਆਇਆ ਹਾਂ, ਤਾਂ ਜੋ ਮੈਂ ਤੈਨੂੰ ਸਾਰੇ ਧਰਤੀ ਤੇਰੀ ਮਿਲਕ ਹੋਣ ਲਈ ਦਿਆਂ। ਤਾਂ ਉਸਨੇ ਆਖਿਆ, हे ਪ੍ਰਭੂ ਯਹੋਵਾ, ਮੈਂ ਕਿਸ ਤਰ੍ਹਾਂ ਜਾਣਾ ਕਿ ਮੈਂ ਉਹਨੂੰ ਮਿਲਕ ਵਿੱਚ ਲਿਆਵਾਂਗਾ? ਤਾਂ ਉਸਨੇ ਉਹਨੂੰ ਆਖਿਆ, ਮੇਰੇ ਲਈ ਇੱਕ ਦਿਨ 3 ਵਰਿਆਂ ਦੀ ਵਿਹੜ ਔਰ ਇੱਕ 3 ਵਰਿਆਂ ਦੀ ਬੱਕਰੀ ਔਰ ਇੱਕ 3 ਵਰਿਆਂ ਦਾ ਛਤਰਾ, ਇੱਕ ਘੁੱਗੀ ਔਰ ਇੱਕ ਕਬੂਤਰ ਦਾ ਬੱਚਾ ਲੈ। ਤਾਂ ਉਹ ਉਸਦੇ ਲਈ ਇਹ ਸਭ ਲਿਆਇਆ। ਉਹਨਾਂ ਦੇ 2 ਟੋਟੇ ਕੀਤੇ। ਉਹਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ, ਪਰ 5-6 ਦੇ ਟੋਟੇ ਨਾ ਕੀਤੇ। ਜਦ ਸ਼ਿਕਾਰੀ ਪੰਖੇਰੂ ਉਹਨਾਂ ਲੋਥਾਂ ਉੱਤੇ ਉਤਰੇ, ਤਦ ਅਬਰਾਹਮ ਨੇ ਉਸਨੂੰ ਉਡਾਇਆ। ਜਾਂ ਸੂਰਜ ਡੁੱਬਣ ਲੱਗਾ ਤਾਂ ਗੂੜੀ ਨੀਂਦ ਅਬਰਾਹਮ ਉੱਤੇ ਆ ਪਈ। ਤਾਂ ਵੇਖੋ, ਇੱਕ ਵੱਡਾ ਡਰਾਉਣਾ ਹਨੇਰਾ ਉਸਦੇ ਉੱਤੇ ਛਾ ਗਿਆ। ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋਵੇ। ਅਸੀਂ ਇਸ ਵਚਨ ਵਿੱਚ ਧਿਆਨ ਕਰਦੇ ਹਾਂ ਅਬਰਾਹਮ ਬਾਰੇ। ਜਦੋਂ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਸੀ ਕਿ ਤੂੰ ਇੱਕ ਮੇਰੇ ਲਈ ਜਗਵੇਦੀ ਬਣਾ, ਜਿਹਦੇ ਲਈ ਜਿਹੜੀਆਂ ਚੀਜ਼ਾਂ ਉਹਨੂੰ ਕਿਹਾ ਸੀ ਉਹਨੇ ਰੱਖਣ ਨੂੰ ਕਿਹਾ, ਪਰ ਉਹਦੇ ਵਿੱਚ ਉਹਨੇ ਪੂਰੀ ਜਗਵੇਦੀ ਹਲੇ ਤਿਆਰ ਵੀ ਨਹੀਂ ਕੀਤੀ ਸੀ, ਤੇ ਉਹ ਸੂਰਯ ਅਸਤ ਦੇ ਹੋਣ ਵੇਲੇ ਹੀ ਭਾਰੀ ਨੀਂਦ ਵਿੱਚ ਸੌ ਗਿਆ ਸੀਗਾ। ਤੇ ਇਸੇ ਕਰਕੇ ਉਹਦੇ ਉੱਤੇ ਅਤਿਅੰਤ ਭੈ ਛਾ ਗਿਆ, ਪਰਮੇਸ਼ਰ ਦਾ ਮਹਾਂ ਅੰਧਕਾਰ ਛਾ ਗਿਆ, ਤੇ ਉਹਨੂੰ ਪਰਮੇਸ਼ਰ ਨੇ ਸ਼ਰਾਪ ਦਿੱਤਾ ਸੀਗਾ। ਤੇ ਇਸੇ ਪ੍ਰਕਾਰ ਸਾਡਾ ਜੀਵਨ ਵੀ ਆ। ਅਸੀਂ ਵੀ ਕਈ ਵੇਲੇ ਪ੍ਰਾਰਥਨਾ 'ਚ ਬੈਠੇ ਵੀ ਆਲਸ ਕਰਦੇ ਹਾਂ, ਜਾਂ ਨੀਂਦ ਵੀ ਸਾਨੂੰ ਆ ਜਾਂਦੀ ਆ, ਤੇ ਅਸੀਂ ਆਪਣੀ ਆਤਮਾ ਵਿੱਚ ਵੀ ਆਲਸ ਕਰਦੇ ਹਾਂ। ਤੇ ਪਰਮੇਸ਼ਰ ਸਾਨੂੰ ਕਹਿੰਦਾ ਆ ਕਿ ਸਾਨੂੰ ਅਬਰਾਹਮ ਦੀ ਤਰ੍ਹਾਂ ਇਸ ਤਰ੍ਹਾਂ ਆਲਸ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਤੁਹਾਡੇ ਪਰਿਵਾਰ ਤੇ ਵੀ ਸ਼ਰਾਪ ਆ ਸਕਦਾ ਆ, ਤੁਹਾਡੀ ਸੰਤਾਨ ਦੇ ਉੱਤੇ ਵੀ ਇਹ ਸ਼ਰਾਪ ਆ ਸਕਦਾ। ਇਸ ਲਈ ਸਾਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਲਸ ਨਹੀਂ ਕਰਨੀ ਚਾਹੀਦੀ। ਪੂਰੇ ਬਲ ਦੇ ਨਾਲ, ਪੂਰੇ ਆਤਮਾ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰਨਾ ਚਾਹੀਦਾ। ਜਦੋਂ ਵੀ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਤੇ ਪੂਰੇ ਡਰ ਤੇ ਭੈ ਦੇ ਨਾਲ ਬੈਠਣਾ ਚਾਹੀਦਾ ਆ। ਜਿਸ ਤਰ੍ਹਾਂ ਅਬਰਾਹਮ ਨੇ ਆਲਸ ਕੀਤੀ ਸੀ, ਉਹਦੇ ਉੱਤੇ ਅਤਿਅੰਤ ਭੈ ਤੇ ਮਹਾ ਅੰਧਕਾਰ ਛਾ ਗਿਆ ਸੀਗਾ, ਉਸੇ ਪ੍ਰਕਾਰ ਸਾਡੇ ਉੱਤੇ ਵੀ ਇਸ ਤਰ੍ਹਾਂ ਦੀ ਹਾਲਤ ਹੋ ਚੁੱਕੀ ਆ। ਸਵੇਰੇ ਪਰਮੇਸ਼ਰ ਦੇ ਦਾਸਾਂ ਨੇ ਇਹੀ ਦੱਸਿਆ ਕਿ ਪਰਮੇਸ਼ਰ ਦਾ ਆਤਮਾ ਇਹੀ ਕਹਿ ਰਿਹਾ ਕਿ ਸਾਡੇ ਉੱਤੇ ਮਹਾ ਅੰਧਕਾਰ ਔਰ ਭੈ ਛਾਇਆ ਹੋਇਆ ਹੈ, ਕਿਉਂਕਿ ਸਾਡੀ ਆਤਮਾ ਆਲਸ ਕਰਦੀ ਆ, ਪਰਮੇਸ਼ਰ ਅੱਗੇ ਚੰਗੀ ਤਰ੍ਹਾਂ ਪੁਕਾਰ ਨਹੀਂ ਪਾ ਰਹੀ ਹੈ। ਸਾਡਾ ਸਰੀਰ ਜਿਹੜਾ ਉਹ ਦੁਰਬਲ ਹੋ ਗਿਆ ਆ। ਅਸੀਂ ਵਚਨ ਪੜਾਂਗੇ ਯਿਰਮੀਆ 48 ਦਾ 10 ਵਚਨ। शापित है वह जो यहोवा का काम आलस्य से करता है, और वह भी जो अपनी तलवार लहू बहाने से रोक रखता है। ਸ਼ਰਾਪੀ ਹੈ ਉਹ ਜਿਹੜਾ ਯਹੋਵਾ ਦਾ ਕੰਮ ਆਲਸੀ ਨਾਲ ਕਰਦਾ ਹੈ।
ਅਤੇ ਸ਼ਰਾਬੀ ਆ ਉਹ ਜਿਹੜਾ ਤਲਵਾਰ ਨੂੰ ਲਹੂ ਬਹਾਉਣ ਤੋਂ ਰੋਕਦਾ ਹੈ। ਇਸ ਵਚਨ ਵਿੱਚ ਅਸੀਂ ਪਰਮੇਸ਼ਰ ਦੇ ਵਚਨ ਨੂੰ ਧਿਆਨ ਕਰਦੇ ਹਾਂ ਕਿ ਜਿਹੜੇ ਯਹੋਵਾ ਦੇ ਕੰਮ ਆ ਉਹ ਪਰਮੇਸ਼ਰ ਦੀ ਆਰਾਧਨਾ ਆ। ਉਹੀ ਆਰਾਧਨਾ ਵਿੱਚ ਜੇ ਅਸੀਂ ਆਲਸ ਕਰਦੇ ਹਾਂ ਤਾਂ ਪਰਮੇਸ਼ਰ ਸਾਨੂੰ ਸ਼ਰਾਬਿਤ ਅਸੀਂ ਪਰਮੇਸ਼ਰ ਦੇ ਸਮੂਹ ਵਿੱਚ ਸ਼ਰਾਬਿਤ ਹੁੰਦੇ ਆ। ਇਸ ਲਈ ਸਾਨੂੰ ਪਰਮੇਸ਼ਰ ਦੇ ਸਮੂਹ ਵਿੱਚ ਕਦੇ ਵੀ ਆਲਸ ਨਹੀਂ ਕਰਨੀ ਚਾਹੀਦੀ। ਪਰਮੇਸ਼ਰ ਜੋ ਵੀ ਸਾਨੂੰ ਕੰਮ ਦਿੰਦਾ ਜਾਂ ਪਰਮੇਸ਼ਰ ਦੀ ਆਤਮਾ ਸਾਨੂੰ ਕੁਝ ਵੀ ਕਹਿੰਦੀ ਆ ਤਾਂ ਸਾਨੂੰ ਬੋਲਣਾ ਚਾਹੀਦਾ ਆ। ਜਾਂ ਪਰਮੇਸ਼ਰ ਦਾ ਵਚਨ ਤੁਹਾਨੂੰ ਕੁਝ ਕਹਿੰਦਾ ਆ ਵੀ ਤੁਸੀਂ ਲੋਕਾਂ ਨੂੰ ਦੱਸੋ ਮੇਰਾ ਸੁਸਮਾਚਾਰ, ਤੇ ਸਾਨੂੰ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਪਰਮੇਸ਼ਰ ਕਹਿੰਦਾ ਆ ਜੇ ਤੁਸੀਂ ਮੇਰੇ ਕੰਮਾਂ ਵਿੱਚ ਆਲਸ ਕਰੋਗੇ ਤਾਂ ਤੁਸੀਂ ਸ਼ਰਾਬਿਤ ਹੋਵੋਗੇ। ਅੱਗੇ ਅਸੀਂ ਵਚਨ ਧਿਆਨ ਕਰਾਂਗੇ ਨੀਤੀ ਵਚਨ 10 ਅਧਿਆਇ ਦਾ 26 ਵਚਨ। ਕਹਾਵਤਾਂ 10 ਦਾ 26 ਵਚਨ। ਜਿਵੇਂ ਦੰਦਾਂ ਲਈ ਸਿਰਕਾ ਤੇ ਅੱਖੀਆਂ ਲਈ ਧੂਆਂ है, उमें ही आलसी अपने कलण वालियां दे ਲਈ है। जैसे दांत को सिरका और आंख को धुआं, वैसे आलसी उनको लगता है जो उसको कहीं भेजते हैं। इसे ਅਸੀਂ ਪਰਮੇਸ਼ਰ ਦੇ ਵਚਨ ਵਿੱਚ ਧਿਆਨ ਕਰਦੇ ਹਾਂ ਕਿ ਜਿਹੜਾ ਦੰਦਾਂ ਨੂੰ ਸਿਰਕਾ ਲੱਗਦਾ ਤਾਂ ਉਹ ਤੁਹਾਨੂੰ ਕਿੱਦਾਂ ਦਾ ਮਤਲਬ ਮਹਿਸੂਸ ਹੁੰਦਾ, ਜਦ ਅੱਖਾਂ ਵਿੱਚ ਜਦੋਂ ਧੂੰਆਂ ਪੈਂਦਾ ਤਾਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਆ। ਉਸੇ ਤਰ੍ਹਾਂ ਜਿਹੜੀ ਆਲਸੀ ਪਾਣਾ ਜਿਹੜਾ ਪਰਮੇਸ਼ਰ ਨੂੰ ਬੁਰਾ ਲੱਗਦਾ, ਉਸ ਤਰ੍ਹਾਂ ਪਰਮੇਸ਼ਰ ਨੂੰ ਦੁੱਖ ਲੱਗਦਾ ਉਹਦੇ ਵਿੱਚ। ਪਰਮੇਸ਼ਰ ਨੂੰ ਜਿੱਦਾਂ ਸਾਡੇ ਅੱਖਾਂ ਵਿੱਚ ਧੂੰਆਂ ਪੈਂਦਾ ਸਾਨੂੰ ਤਕਲੀਫ ਹੁੰਦੀ ਆ, ਦੁੱਖ ਹੁੰਦੀ ਆ, ਉਸ ਤਰ੍ਹਾਂ ਜਦੋਂ ਵੀ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਤਾਂ ਆਲਸ ਕਰਦੇ ਹਾਂ ਤਾਂ ਪਰਮੇਸ਼ਰ ਨੂੰ ਦੁੱਖ ਹੁੰਦਾ ਹੈ ਕਿ ਮੇਰੇ ਬੱਚੇ ਕੀ ਕਰ ਰਹੇ ਤੇ ਮੇਰੀ ਆਰਾਧਨਾ ਕਰਨ ਆਏ ਆ ਤੇ ਆਲਸ ਕਰਦੇ ਆ ਤਾਂ ਪਰਮੇਸ਼ਰ ਨੂੰ ਬਹੁਤ ਹੀ ਦੁੱਖ ਹੁੰਦਾ ਹੈ। ਇਸ ਲਈ ਪਰਮੇਸ਼ਰ ਕਹਿੰਦਾ ਤੁਸੀਂ ਮੇਰੀ ਹਜ਼ੂਰੀ ਵਿੱਚ ਆਲਸ ਨਾ ਕਰੋ। ਅੱਗੇ ਅਸੀਂ ਵਚਨ ਧਿਆਨ ਕਰਾਂਗੇ ਨੀਤੀ ਵਚਨ 19 ਦਾ 15 ਵਚਨ। आलस से भारी नींद आ जाती है और जो प्राणी ढलाई से काम करता है वह भूखा ही रहता है। ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋਵੇ। ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਜਿਹੜੇ ਆਲਸ ਦੇ ਨਾਲ ਹੀ ਸਾਨੂੰ ਮਤਲਬ ਨੀਂਦ ਆ ਜਾਂਦੀ ਆ, ਭਾਰੀ ਨੀਂਦ ਆ ਜਾਂਦੀ ਆ। ਤੇ ਜਿਹੜੀ ਆਲਸ ਆ ਉਹ ਸਾਨੂੰ ਮਤਲਬ ਕੋਈ ਕੰਮ ਵੀ ਕਰਨ ਨਹੀਂ ਦਿੰਦੀ ਆ। ਜਿੱਦਾਂ ਜੇ ਕੋਈ ਮਜ਼ਦੂਰ ਆ ਜੇ ਉਹ ਆਲਸ ਕਰੇਗਾ ਤਾਂ ਉਹਨੂੰ ਭੁੱਖਾ ਹੀ ਰਹਿਣਾ ਪਵੇਗਾ। ਉਹਨੂੰ ਜੇ ਉਹ ਮਜ਼ਦੂਰੀ ਨਹੀਂ ਕਰੇਗਾ ਤਾਂ ਉਹਨੂੰ ਭੁੱਖਾ ਹੀ ਰਹਿਣਾ ਪੈਂਦਾ ਹੈ। ਉਸ ਤਰ੍ਹਾਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਂਦੇ ਹਾਂ। ਪਰਮੇਸ਼ਰ ਦੀ ਹਜ਼ੂਰੀ ਵਿੱਚ ਜੇ ਆਲਸ ਕਰਾਂਗੇ ਤਾਂ ਸਾਡੀ ਆਤਮਾ ਨੂੰ ਜਿਹੜੀ ਭੁੱਖ ਪਿਆਸ ਆ ਉਹ ਕਿੱਦਾਂ ਬੁਝੇਗੀ। ਅਸੀਂ ਭੁੱਖੇ ਹੀ ਰਵਾਂਗੇ ਤੇ ਪਰਮੇਸ਼ਰ ਨੂੰ ਵੀ ਇਸ ਵਜ੍ਹਾ ਨਾਲ ਦੁੱਖ ਪਹੁੰਚਦਾ ਆ। ਇਸ ਲਈ ਪਰਮੇਸ਼ਰ ਦਾ ਆਤਮਾ ਇਹੀ ਕਹਿੰਦਾ ਹੈ ਕਿ ਤੁਸੀਂ ਮਤਲਬ ਆਲਸ ਨਾ ਕਰੋ। ਔਰ ਯਸ਼ਾਇਆ 52 ਦਾ 1 ਵਚਨ ਲਿਖਿਆ जाग जाग अपना बल पहन लै, हे सिय्योन, हे यरूशलेम, पवित्र शहर अपने सोहने वस्त्र पहन लै, फिर तां कदी कोई सुन्नत या पलीत तेरे विच ना आवेगी। ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋਵੇ। ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਤੂੰ ਆਪਣੀ ਆਲਸ ਦੂਰ ਕਰਕੇ ਆਪਣੇ ਸੌਣ ਵਾਲੇ ਮਨ ਨੂੰ ਦੂਰ ਕਰਕੇ ਜਾਗ ਜਾ ਤੇ ਆਪਣੇ ਬਲ ਨੂੰ ਪ੍ਰਾਪਤ ਕਰ, ਤਾਂ ਕਿ ਜਿਹੜਾ ਤੂੰ ਆਲਸ ਵਿੱਚ ਰਹਿਣਾ ਆ, ਜਿਹੜੀ ਆਲਸ ਵਿੱਚ ਤੁਸੀਂ ਰਹਿੰਦੇ ਆ ਉਹਦੇ ਨਾਲ ਤੁਹਾਡੇ ਵਿੱਚ ਨਿਰਬਲਤਾ ਆ ਜਾਂਦੀ ਆ। ਤੇ ਮਤਲਬ ਉਸ ਨਿਰਬਲਤਾ ਨੂੰ ਦੂਰ ਕਰਨ ਲਈ ਪਰਮੇਸ਼ਰ ਕਹਿੰਦਾ ਤੂੰ ਆਪਣੇ ਮਨ ਨੂੰ ਜਗਾ, ਆਪਣੇ ਆਪ ਵਿੱਚ ਜਾਗ ਤੇ ਜਿਹੜੇ ਆਪਣੇ ਵਸਤਰ ਪਹਿਨ, ਆਪਣੇ ਆਪ ਨੂੰ ਸ਼ੁੱਧ ਕਰ, ਆਪਣੇ ਆਪ ਨੂੰ ਪਵਿੱਤਰ ਕਰ, ਪਰਮੇਸ਼ਰ ਦੀ ਆਤਮਾ ਵਿੱਚ ਮਗਨ ਹੋ। ਔਰ ਅਕਸੀਆਂ 5:14 ਇਸ ਲਈ ਉਹ ਆਖਿਆ ਜਾਂਦਾ ਹੈ, हे ਸੁਣ ਵਾਲਿਆ ਜਾਗ, ਉਹ ਮੁਰਦਿਆਂ ਵਿੱਚੋਂ ਜੀ ਉੱਠ, ਤਾਂ ਮਸੀਹ ਤੇਰੇ ਉੱਤੇ ਚਮਕੇਗਾ। कितना 5:14। इस कारण वह कहता है, हे सोने वाले जाग और मुर्दों में से जी उठ, तो मसीह की ज्योति तुझ पर चमकेगी। परमेश्वर का वचन सानू कहता है कि हे सोने वाले जाग और मुर्दों में से जी उठ। इस वचन का ही मतलब है जो ਅਸੀਂ प्रार्थना ਕਰਦੇ
ਕਰਨ ਵਿੱਚ ਜਾਂ ਪ੍ਰਭੂ ਦੀ ਸੇਵਾ ਕਰਨ ਵਿੱਚ ਲਾਪਰਵਾਹੀ ਕਰਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਛੱਡ ਕੇ ਮਤਲਬ ਸੌ ਗਏ ਆ, ਸਾਡੀ ਹਾਲਤ ਜਿਹੜੀ ਆ ਉਹ ਮਰੀ ਹੋਈ ਆ। ਤੇ ਇਸ ਲਈ ਸਾਨੂੰ ਪਰਮੇਸ਼ਰ ਕਹਿੰਦਾ ਆ ਕਿ ਤੂੰ ਮੁਰਦਿਆਂ ਵਿੱਚ ਜੀ ਉੱਠ, ਤਾਂ ਹੀ ਪਰਮੇਸ਼ਰ ਦੀ ਜੋਤੀ ਜਿਹੜੀ ਆ ਤੁਹਾਡੇ ਉੱਤੇ ਚਮਕੇਗੀ। ਤੇ ਮੈਂ ਹਿੰਦੀ 'ਚ ਬੋਲਣਾ, मैं ये क्या फिर मैं पंजाबी में बोलना मुझको। सच है कि आप बाहरी रीति से तो ठीक लगोगे, लेकिन अपनी आत्मा को परखिए, हम जान सकेंगे कि हम कितना करते हैं प्रभु के लिए, या फिर कितना प्रभु का आवाज़ सुनते हैं और कितनी आज्ञा मानते हैं। आज प्रभु का आत्मा और वचन यही कहता है कि तू अपने जीवन में प्रभु के दिए गए कामों में आलस्य ना कर, नहीं तो अब्राहम के समान तुझे तो कुछ नहीं होगा, लेकिन तेरी कलीसिया तेरे परिवार पर शाप आएगा और ये तेरे कारण होगा। अब आप ही सोचो कि परमेश्वर ने आपको बुलाया है, अपने लोगों के बीच भेजा है, तुम मेरी महिमा करते रहो, कि तुम मेरी महिमा करते रहो, मेरा सुसमाचार, मेरा वचन, मेरी बातें बताओ, ताकि वे अपने मार्गों से फिरे और सिद्ध हो सके। लेकिन यदि हम ही आलस्य करेंगे तो हमारे लोगों की क्या दशा होगी। आप आलसीपन को दूर करें और प्रभु से माफी मांगकर अपने आप को प्रभु के लिए शुद्ध करें और जागते रहें और बल प्राप्त करें। मत्ती सुसमाचार 26:47। मत्ती 26:47। फिर उसने दूसरी बार जाकर जय प्रार्थना की, हे मेरे पिता, यदि जो मेरे प्रिय जागते रहो और प्रार्थना करते रहो कि तुम परीक्षा में ना पड़ो। आत्मा तो तैयार है परंतु शरीर दुर्बल है। परमेश्वर के पवित्र नाम की महिमा हो। परमेश्वर का वचन कहता है कि तुम जागते रहो, आलस्य को दूर करो, ताकि तुम परीक्षा में ना पड़ो, तुम पर कोई आफत या मुसीबत ना आए कि तुम उससे बच सको। इसलिए तुम प्रार्थना प्रभु के कामों में प्रार्थना करते रहो, प्रभु के कामों में लापरवाही ना करो। सच में हमारी आत्मा तैयार है, लेकिन शरीर दुर्बल है, शरीर में बल नहीं है, ये हमारी कमी है। जब हम प्रार्थना करते हैं तो चुस्ती से बैठना चाहिए, प्रभु का भय रखते हुए प्रार्थना करना चाहिए। शरीर में आलस्य को प्रवेश नहीं करने देना है। आत्मा तो हमारी तैयार है, क्योंकि आत्मा ही बताती है कि तू ऐसा ना कर, ये बुरा है, तू ना सोना ना तू प्रार्थना कर, उठ जाग जा, सुचेत रह। ऐसी कई बातें हैं जो आत्मा हमें सिखाता है, परंतु हम अपने शरीर को भी तैयार करना चाहिए। प्रेरितों के काम 20:9। किन्ना प्रेरिता 20:9। और युद्धकुश नाम नहीं, का एक जवान, नहीं, वह तो अब तक पवित्र शास्त्र की वह और युद्धकुश नाम का एक जवान खिड़की पर बैठा हुआ गहरी नींद से झुक रहा था। जब पौलुस देर तक बातें करता रहा तो वह नींद के झोंके में तीसरी अटारी पर से गिर पड़ा और मरा हुआ उठाया गया। परमेश्वर के पवित्र नाम की महिमा हो। परमेश्वर का वचन में हम पढ़ा है कि एक जवान भारी नींद के कारण खिड़की से गिरकर मर गया। इसी प्रकार नींद के कारण मृत्यु भी आ जाती है। प्रभु कहता है कि आप प्रभु की हजूर में बड़े ध्यान से, प्रभु के भय से बैठना चाहिए, बड़े ध्यान से वचन सुनना चाहिए, जीवन की बातों को लेना चाहिए। एक बात है कि हम प्रभु की हजूरी में जीवन पाने के लिए आते हैं, इसलिए आलसी पर नहीं होना चाहिए, नींद नहीं आने देनी चाहिए, नहीं तो आप इसी नींद और आलस्य के कारण मृत्यु की दशा में पड़ जाओगे। ये सामने लगी हो प्रार्थना करते हैं। दास भी यही गल साढ़े जो कहते हैं कि वचन का असं सुनते हैं कि पर इस तरह जिस तरह पत्थर के उत्ते पानी पाया जाता है। साड़ी जी कलीसिया है ऐसी हालत है कि असी चंगे भले हाँ, साढ़े घर में हर एक जरूरत पूरी होती है, असी चंगे रहने, लेकिन जी साड़ी आत्मिक उन्नति है
ਉਹ ਨਹੀਂ ਹੈ ਸਾਡੀ ਕਲੀਸਿਆ ਦੇ ਵਿੱਚ। ਖਾਸ ਕਰਕੇ ਮੈਂ ਤਾਂ ਪ੍ਰਭੂ ਕੋਲੋਂ ਹੀ ਮਾਫੀ ਮੰਗਾ ਵੀ ਗਲਤੀ ਮੇਰੀ ਹੈ ਤੇ ਸਾਨੂੰ ਇੱਕ ਵਚਨ ਚੇਤੇ ਰੱਖਣਾ ਚਾਹੀਦਾ। ਪਰਮੇਸ਼ਰ ਕਹਿੰਦਾ ਕਿ ਪ੍ਰਭੂ ਦੀ ਹਜ਼ੂਰੀ 'ਚ ਜਦੋਂ ਅਸੀਂ ਜਾਂਦੇ ਹਾਂ